ਜਿਹੜੀ ਆਪਾਂ ਮਾਨਯੋਗ ਸੀਐਮ ਸਾਹਿਬ ਦੇ ਹੁਕਮਾਂ ਤੇ ਸਪੈਸ਼ਲ ਕੈਂਪੇਨ ਜਿਹੜੀ ਚਲਾਈ ਸੀ ਡਰੱਗਸ ਦੇ ਅਗੇਂਸਟ, ਉਹ 14 ਮਹੀਨੇ ਹੋ ਗਏ ਆ ਉਸ ਕੈਂਪੇਨ ਨੂੰ। ਜੁਲਾਈ ਦੇ ਵਿੱਚ ਸਟਾਰਟ ਕੀਤੀ ਸੀਗੀ 2022 ਦੇ ਵਿੱਚ। ਸੋ ਇਹਦੇ ਵਿੱਚ ਸਭ ਤੋਂ ਪਹਿਲਾਂ ਮੈਂ 14 ਮਹੀਨੇ ਦਾ ਇੱਕ ਵਾਰੀ ਡਾਟਾ ਸ਼ੇਅਰ ਕਰਨਾ ਚਾਹੂੰਗਾ। 14 ਮਹੀਨੇ ਦੇ ਵਿੱਚ 14,179 FIR ਦਰਜ ਕੀਤੀਆਂ ਗਈਆਂ, ਜਿਹਦੇ 'ਚ 19,093 ਜਿਹੜੇ ਅਕਿਊਜ਼ਡ ਆ ਉਹ ਅਰੈਸਟ ਕੀਤੇ ਗਏ। 1717 FIR ਜਿਹੜੀਆਂ ਕਮਰਸ਼ੀਅਲ ਕੁਆਂਟਿਟੀ ਦੀਆਂ ਦਰਜ ਕੀਤੀਆਂ ਗਈਆਂ, ਜਿਹਦੇ 'ਚ 2778 ਜਿਹੜੇ ਵੱਡੇ ਸਮਗਲਰਸ ਆ ਉਹ ਗ੍ਰਿਫਤਾਰ ਕੀਤੇ ਗਏ। ਮੀਡੀਅਮ ਕੁਆਂਟਿਟੀ ਦੀਆਂ 10,683 FIR ਦਰਜ ਕੀਤੀਆਂ ਗਈਆਂ। 1795 ਸਮਾਲ ਕੁਆਂਟਿਟੀ ਦੀਆਂ FIR ਦਰਜ ਕੀਤੀਆਂ ਗਈਆਂ। ਟੋਟਲ FIR ਦੇ ਵਿੱਚ ਸਭ ਤੋਂ ਵੱਧ ਜਿਹੜੀਆਂ FIR ਆ ਇਹ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ 875 FIR ਦਰਜ ਕੀਤੀਆਂ ਗਈਆਂ। 801 ਪਟਿਆਲਾ ਦੇ ਵਿੱਚ, 779 FIR ਜਿਹੜੀਆਂ ਉਹ ਲੁਧਿਆਣਾ ਕਮਿਸ਼ਨਰੇਟ ਦੇ ਵਿੱਚ ਦਰਜ ਕੀਤੀਆਂ ਗਈਆਂ। ਕਮਰਸ਼ੀਅਲ ਕੁਆਂਟਿਟੀ ਦੇ ਵਿੱਚ ਸਭ ਤੋਂ ਵੱਧ FIR ਹੁਸ਼ਿਆਰਪੁਰ 'ਚ 123, ਪਟਿਆਲਾ ਦੇ ਵਿੱਚ 118, STF ਦਾ ਜਿਹੜਾ ਪੁਲਿਸ ਸਟੇਸ਼ਨ SCS ਨਗਰ ਦੇ ਵਿੱਚ ਉਹਦੇ 'ਚ 115 FIR ਦਰਜ ਕੀਤੀਆਂ ਗਈਆਂ। ਇਸ ਸਮੇਂ ਦੇ ਦੌਰਾਨ ਕਾਫੀ ਵੱਡੀ ਮਾਤਰਾ ਦੇ ਵਿੱਚ ਰਿਕਵਰੀ ਹੋਈ ਹੈ, ਜਿਹਦੇ 'ਚ ਹੈਰੋਇਨ ਦੀ ਰਿਕਵਰੀ ਜਿਹੜੀ ਆ ਟੋਟਲ 1548 ਕਿਲੋ ਦੀ ਹੋਈ ਹੈ, ਜਿਹਦੇ ਵਿੱਚੋਂ 1400 ਕਿਲੋ ਦੀ ਰਿਕਵਰੀ ਪੰਜਾਬ ਦੇ ਅੰਦਰੋਂ ਹੋਈ ਹੈ। 147.5 ਕਿਲੋਗ੍ਰਾਮ ਦੀ ਰਿਕਵਰੀ ਜਿਹੜੀ ਹੈ ਗੁਜਰਾਤ ਤੇ ਮਹਾਰਾਸ਼ਟਰ ਤੋਂ, ਜਿਹਦੇ 'ਚ ਪੰਜਾਬ ਪੁਲਿਸ ਦਾ ਇਫੈਕਟਿਵ ਰੋਲ ਸੀਗਾ, ਉੱਥੋਂ ਰਿਕਵਰੀ ਕੀਤੀ ਗਈ ਹੈ। OPM ਦੀ 871 ਕਿਲੋਗ੍ਰਾਮ ਦੀ ਰਿਕਵਰੀ ਹੋਈ ਹੈ। ਪੌਪੀ ਹਸਕ ਦੀ 44,630 ਕਿਲੋਗ੍ਰਾਮ ਦੀ ਰਿਕਵਰੀ ਹੈ। ਗਾਂਜਾ ਦੀ 1017 ਕਿਲੋਗ੍ਰਾਮ ਦੀ, ਔਰ ਇੰਜੈਕਸ਼ਨ ਟੈਬਲੇਟਸ ਜਿਹੜੇ ਨੇ ਬੜੀ ਵੱਡੀ ਕੁਆਂਟਿਟੀ ਦੇ ਵਿੱਚ 90,59,637 ਜਿਹੜੇ ਯੂਨਿਟਸ ਨੇ ਉਹ ਜਿਹੜੇ ਸੀਜ਼ ਕੀਤੇ ਗਏ ਆ। ਔਰ 13,96,36,00,000 ਰੁਪਏ ਦੀ ਜਿਹੜੀ ਹੈ ਡਰੱਗ ਮਨੀ ਦੀ ਰਿਕਵਰੀ ਕੀਤੀ ਗਈ ਇਸ ਸਮੇਂ ਦੇ ਦੌਰਾਨ। ਸਪੈਸ਼ਲ ਕੈਂਪੇਨ ਚਲਾਇਆ ਗਿਆ ਸੀਗਾ POs ਦੇ ਖਿਲਾਫ ਵੀ। NDPS ਐਕਟ ਦੇ PO ਜਿਹੜੇ ਨੇ 1062 PO ਇਸ ਸਮੇਂ ਦੇ ਦੌਰਾਨ ਫੜੇ ਗਏ ਆ। ਸੋ ਇਸੇ ਤਰ੍ਹਾਂ ਹੀ ਜਿਹੜਾ ਪਿਛਲਾ ਮਹੀਨਾ ਨਿਕਲਿਆ ਅਗਸਤ ਦਾ ਮਹੀਨਾ, ਉਸ ਮਹੀਨੇ ਦੇ ਦੌਰਾਨ ਵੀ ਕਾਫੀ ਵੱਡੀ ਮਾਤਰਾ ਦੇ ਵਿੱਚ ਰਿਕਵਰੀ ਹੋਈਆਂ। ਅਗਸਤ ਦੇ ਮਹੀਨੇ 'ਚ ਟੋਟਲ 952 FIR ਦਰਜ ਕੀਤੀਆਂ ਗਈਆਂ, ਜਿਹਦੇ 'ਚ 1330 ਜਿਹੜੇ ਨੇ ਸਮਗਲਰਸ ਉਹਨਾਂ ਨੂੰ ਅਰੈਸਟ ਕੀਤਾ ਗਿਆ। ਇਹਦੇ 'ਚ 117 FIR ਜਿਹੜੀਆਂ ਨੇ ਕਮਰਸ਼ੀਅਲ ਕੁਆਂਟਿਟੀ ਦੀਆਂ, ਜਿਹਦੇ 'ਚ 183 ਵੱਡੇ ਸਮਗਲਰਸ ਨੂੰ ਅਰੈਸਟ ਕੀਤਾ ਗਿਆ। ਰਿਕਵਰੀ ਜਿਹੜੀ ਹੋਈ ਆ ਅਗਸਤ ਮਹੀਨੇ ਦੇ ਦੌਰਾਨ ਹੀ 240 ਕਿਲੋਗ੍ਰਾਮ ਦੀ ਹੈਰੋਇਨ ਦੀ ਰਿਕਵਰੀ ਹੋਈ ਆ, 43 ਕਿਲੋਗ੍ਰਾਮ ਦੀ OPM ਦੀ ਰਿਕਵਰੀ ਹੋਈ ਹੈ, ਔਰ 1,94,290 ਜਿਹੜੇ ਨੇ ਇੰਜੈਕਸ਼ਨ ਟੈਬਲੇਟਸ ਦੀ ਰਿਕਵਰੀ ਹੋਈ ਹੈ, ਔਰ 70 ਲੱਖ ਤੋਂ ਉੱਪਰ ਦਾ ਡਰੱਗ ਮਨੀ ਰਿਕਵਰ ਹੋਇਆ ਹੈ। POs ਜਿਹੜੇ ਨੇ NDPS ਐਕਟ ਦੇ ਉਹ 49 PO ਜਿਹੜੇ ਨੇ ਅਰੈਸਟ ਕੀਤੇ ਗਏ। ਇਸ ਸਮੇਂ ਦੇ ਦੌਰਾਨ ਕਾਫੀ ਵੱਡੀ ਮਾਤਰਾ ਦੇ ਵਿੱਚ ਜਿਹੜੀਆਂ ਇਹ ਰਿਕਵਰੀ ਦੇ ਵਿੱਚ ਹੀ ਜਿਹੜੀ 41 ਕਿਲੋ ਦੀ ਰਿਕਵਰੀ STF ਵੱਲੋਂ ਕੀਤੀ ਗਈ ਆ। ਇੱਕ 29 ਕਿਲੋ ਦੀ ਰਿਕਵਰੀ ਜਿਹੜੀ ਆ ਉਹ ਪੰਜਾਬ ਪੁਲਿਸ ਨੇ ਕੀਤੀ ਹੈ ਇਨ ਜੁਆਇੰਟ ਆਪਰੇਸ਼ਨ ਵਿਦ BSF। 77 ਕਿਲੋ ਦੀ ਇੱਕ ਰਿਕਵਰੀ ਹੋਈ ਹੈ, ਜਿਹਦੇ 'ਚ 2 ਖੇਪ ਬਰਾਮਦ ਹੋਈਆਂ ਸੀਗੀਆਂ, ਇੱਕ 41 ਕਿਲੋ ਦੀ, ਇੱਕ 36 ਕਿਲੋ ਦੀ। ਇਸ ਤੋਂ ਇਲਾਵਾ ਅੰਮ੍ਰਿਤਸਰ ਜਿਹੜੀ ਰੂਰਲ ਪੁਲਿਸ ਆ ਉਹਨਾਂ ਨੇ ਇੱਕ 12 ਕਿਲੋ ਦੀ। ਸੋ 240 ਕਿਲੋਗ੍ਰਾਮ ਜਿਹੜੀ ਅਗਸਤ ਦੇ ਮਹੀਨੇ 'ਚ ਰਿਕਵਰੀ ਹੋਈ ਹੈ। ਉਹਦੇ ਵਿੱਚ ਫਰਦਰ ਜਦੋਂ ਆਪਾਂ ਉਹਨੂੰ ਐਨਾਲਾਈਜ਼ ਕਰਦੇ ਹਾਂ ਤਾਂ ਬਹੁਤ ਵੱਡੀ ਮਾਤਰਾ ਦੇ ਵਿੱਚ ਵੱਡੀਆਂ ਰਿਕਵਰੀਜ਼ ਹੈਰੋਇਨ ਦੀਆਂ ਜਿਹੜੀਆਂ ਹੈ ਉਹ ਪੰਜਾਬ ਪੁਲਿਸ ਨੇ BSF ਦੇ ਨਾਲ ਮਿਲ ਕੇ ਵੀ ਕੀਤੀਆਂ, ਔਰ ਸਪੈਸ਼ਲ ਜਿਹੜੇ ਸੈੱਲ ਪੰਜਾਬ ਪੁਲਿਸ ਦੇ ਆ SSOC ਜਿਹੜਾ ਹੈ ਉਹਨਾਂ ਨੇ ਵੀ ਕਾਫੀ ਵੱਡੀ ਮਾਤਰਾ ਦੇ ਵਿੱਚ ਰਿਕਵਰੀਆਂ ਕੀਤੀਆਂ। ਇਸ ਵੀਕ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਇਹ ਕੈਂਪੇਨ ਲਗਾਤਾਰ ਜਾਰੀ ਹੈ। ਇਸ ਹਫਤੇ ਦੇ ਵਿੱਚ 242 FIR ਦਰਜ ਹੋਈਆਂ, ਜਿਹਦੇ 'ਚ 333 ਜਿਹੜੇ ਨੇ ਅਕਿਊਜ਼ਡ ਗ੍ਰਿਫਤਾਰ ਕੀਤੇ ਗਏ ਆ, ਔਰ ਇਹਦੇ ਵਿੱਚੋਂ 27 ਕਮਰਸ਼ੀਅਲ ਕੁਆਂਟਿਟੀ ਦੀਆਂ FIR, 45 ਜਿਹੜੇ ਬੰਦੇ ਨੇ ਵੱਡੇ ਸਮਗਲਰ ਉਹ ਅਰੈਸਟ ਕੀਤੇ ਗਏ। ਔਰ ਜਿਹੜੀਆਂ ਰਿਕਵਰੀਜ਼ ਹੋਈਆਂ ਨੇ, ਹੈਰੋਇਨ ਦੀ ਰਿਕਵਰੀ 28 ਕਿਲੋ ਤੋਂ ਉੱਪਰ ਦੀ ਇਸ ਹਫਤੇ ਦੇ ਦੌਰਾਨ ਹੋਈ ਹੈ। ਪੌਪੀ ਹਸਕ ਦੀ 636 ਕਿਲੋ ਦੀ ਰਿਕਵਰੀ ਹੋਈ ਹੈ, ਔਰ ਟੈਬਲੇਟ ਕੈਪਸੂਲ ਜਿਹੜੇ ਨੇ ਉਹ 1,21,760 ਜਿਹੜੇ ਨੇ ਉਹ ਜਿਹੜੀ ਰਿਕਵਰੀ ਕੀਤੀ ਗਈ ਇਸ ਹਫਤੇ ਦੇ ਦੌਰਾਨ। 11 PO ਜਾਂ ਅਬਸਕੌਂਡਰ ਜਿਹੜੇ NDPS ਐਕਟ ਦੇ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਵਾ। ਸੋ ਇਹ ਜਿਹੜਾ ਕੈਂਪੇਨ ਚੱਲ ਰਿਹਾ ਸੀਗਾ, ਇਹਨੂੰ ਹੋਰ ਅਗਰੈਸਿਵ ਤਰੀਕੇ ਨਾਲ ਕਰਨ ਵਾਸਤੇ ਜਿਸ ਤਰ੍ਹਾਂ ਮਾਨਯੋਗ CM ਸਾਹਿਬ ਨੇ 15 ਅਗਸਤ 'ਤੇ ਅਨਾਊਂਸ ਕੀਤਾ ਹੈ ਕਿ ਇਹਨੂੰ ਹੋਰ ਤੇਜ਼ੀ ਲਿਆਂਦੀ ਜਾਵੇ ਤਾਂ ਜੋ ਪੰਜਾਬ ਦੇ ਵਿੱਚੋਂ ਨਸ਼ੇ ਦਾ ਜਿਹੜਾ ਖਾਤਮਾ ਕੀਤਾ ਜਾਵੇ। ਸੋ ਪੰਜਾਬ ਪੁਲਿਸ ਨੇ DGP ਸਾਹਿਬ ਦੇ ਨਿਰਦੇਸ਼ਾਂ ਦੇ ਹੇਠ ਸਪੈਸ਼ਲ ਇੱਕ ਮੀਟਿੰਗ ਵੀ ਕੀਤੀ ਗਈ ਪਿਛਲੇ ਹਫਤੇ। ਇੱਕ ਮੀਟਿੰਗ ਕੀਤੀ ਗਈ ਸੀ ਕਿ ਕਮਿਸ਼ਨਰਸ, IG ਰੇਂਜਿਸ ਔਰ SSPs ਦੇ ਨਾਲ। ਉਸ ਤੋਂ ਬਾਅਦ ਇੱਕ ਪੰਜਾਬ ਲੈਵਲ ਦੇ ਉੱਤੇ ਥਰੂ VC
ਮਾਨਯੋਗ DGP ਸਾਹਿਬ ਵੱਲੋਂ ਇੱਕ ਮੀਟਿੰਗ ਕੀਤੀ ਗਈ ਜਿਹਦੇ 'ਚ ਚੌਕੀ ਇੰਚਾਰਜ ਤੋਂ ਲੈ ਕੇ SHO DSP ਸਾਰੇ SSP CPs ਦੇ ਨਾਲ ਕੀਤੀ ਔਰ ਮਲਟੀ ਪ੍ਰੋਂਗ ਸਟ੍ਰੈਟਜੀ ਬਣਾਈ ਗਈ ਇਹਦੇ ਵਿੱਚ, ਜਿਹਦੇ ਨਾਲ ਤਾਂ ਜੋ ਪੰਜਾਬ 'ਚੋਂ ਨਸ਼ੇ ਦਾ ਖਾਤਮਾ ਕੀਤਾ ਜਾ ਸਕੇ। ਉਹਦੇ ਕੁਝ ਪਹਿਲੂ ਮੈਂ ਦੱਸਣਾ ਚਾਹੂੰਗਾ। ਇੱਕ ਤਾਂ ਜਿਹੜਾ ਆਪਰੇਸ਼ਨਲ ਜਿਹੜਾ ਸਾਡਾ ਪੁਲਿਸਿੰਗ ਜਿਹੜੀ ਚੱਲ ਰਹੀ ਆ, ਜਿਹਦੇ 'ਚ ਮੇਨਲੀ ਸਪਲਾਈ ਲਾਈਨ ਨੂੰ ਕੱਟ ਕਰਨ ਵਾਸਤੇ ਜੋ ਆਪਾਂ ਕਰ ਰਹੇ ਹਾਂ, ਜਿਹੜੀ ਇਨਫੋਰਸਮੈਂਟ ਆ। ਸੋ ਉਹਦੇ 'ਚ ਦੂਸਰੀ ਚੀਜ਼ ਜਿਹੜੀ ਹੈ ਕਿ ਸਟਰੀਟ ਲੈਵਲ ਦੇ ਉੱਤੇ ਜਿਹੜੇ ਪੈਡਲਰਸ, ਜਿਹੜੇ ਸਮਗਲਰਸ ਆ, ਉਹਨਾਂ 'ਤੇ ਫੋਕਸ ਕੀਤਾ ਜਾਵੇ ਔਰ ਕੰਜ਼ਿਊਮਰ ਜਿਹੜੇ ਨੇ ਉਹਨਾਂ ਨੂੰ ਵਿਕਟਿਮ ਦੇ ਤੌਰ 'ਤੇ ਟਰੀਟ ਕੀਤਾ ਜਾਵੇ, ਨਾ ਕਿ ਉਹਨਾਂ ਨੂੰ ਦੋਸ਼ੀ ਦੇ ਤੌਰ 'ਤੇ। ਔਰ ਉਹਨਾਂ ਵਾਸਤੇ ਕੀ ਆਪਾਂ ਕਰ ਸਕਦੇ ਹਾਂ ਉਹ ਫਰਦਰ ਮੈਂ ਹੋਰ ਐਲੈਬੋਰੇਟ ਕਰਾਂਗਾ। ਇਸੇ ਤਰ੍ਹਾਂ ਡਰੱਗ ਓਵਰਡੋਜ਼ ਡੈਥ ਜਿਹੜੀਆਂ ਨੇ, ਭਾਵੇਂ ਕਿ ਪਿਛਲੇ ਸਾਲ ਨਾਲੋਂ ਘਟੀਆਂ ਨੇ ਕੁਝ ਸਾਲਾਂ ਨਾਲੋਂ, ਪਰ ਇਸ 'ਤੇ ਵੀ ਸਪੈਸ਼ਲ ਫੋਕਸ ਕੀਤਾ ਜਾਊਗਾ। ਹਰ ਜਿਹੜੀ ਡੈਥ ਆ ਉਹਨੂੰ ਐਨਾਲਾਈਜ਼ ਕੀਤਾ ਜਾਊਗਾ ਔਰ ਜਿੱਥੇ ਕਿਸੇ ਦਾ ਕਸੂਰ ਪਾਇਆ ਜਾਂਦਾ ਹੈ, ਕਿਸੇ ਬੰਦੇ ਦਾ ਜਿਹਨੇ ਉਸ ਬੰਦੇ ਦੀ ਮੌਤ ਦੇ ਵਾਸਤੇ ਜਿਹੜਾ ਜ਼ਿੰਮੇਵਾਰ, ਉਹਦੇ ਖਿਲਾਫ 304 ਦਾ ਪਰਚਾ ਵੀ ਦਰਜ ਕੀਤਾ ਜਾਊਗਾ। ਸੋ ਵੱਡੇ ਸਮਗਲਰਾਂ ਦੇ ਪਿੱਛੇ ਜਾਣ ਵਾਸਤੇ ਸਪੈਸ਼ਲ ਦਿਸ਼ਾ ਨਿਰਦੇਸ਼ ਕੀਤੇ ਗਏ ਆ, ਜਿਹਦੇ 'ਚ ਉਹਨਾਂ ਦੀ ਪ੍ਰੋਪਰਟੀ ਫੋਰਫੀਚਰ ਆ 68 F NDPS ਐਕਟ ਦੇ ਤਹਿਤ, ਫਿਰ PIT NDPS ਐਕਟ ਦੇ ਪ੍ਰਪੋਜ਼ਲ ਬਣਾਏ ਜਾਣਗੇ। ਔਰ ਸਭ ਤੋਂ ਜਿਹੜੀ ਇੱਕ ਹੋਰ ਗੱਲ ਜਿਹੜਾ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਕਿ ਫਾਰਮਾਸਿਊਟੀਕਲ ਡਰੱਗਸ ਦੇ ਉੱਤੇ ਵੀ ਪੂਰਾ ਫੋਕਸ ਕੀਤਾ ਜਾਊਗਾ। ਇੱਕ ਕੁਝ ਕੇਸਾਂ ਦੇ ਵਿੱਚ ਕਈ ਵਾਰੀ ਜਿਹੜੇ ਵੱਡੇ ਸਮਗਲਰਸ ਹੁੰਦੇ ਆ ਉਹ ਬੇਲ ਲੈ ਜਾਂਦੇ ਆ, ਜਿੱਥੇ ਚਾਰਜ ਸ਼ੀਟ ਸਮੇਂ ਸਿਰ ਨਹੀਂ ਦਿੱਤੀ ਜਾਂਦੀ। ਸੋ ਉਹ ਕੇਸ ਵੀ ਐਨਾਲਾਈਜ਼ ਕੀਤੇ ਗਏ ਆ। ਕੁਝ ਆਫੀਸਰਸ ਨੂੰ ਨੋਟਿਸਿਸ ਇਸ਼ੂ ਕੀਤੇ ਗਏ ਆ, SHOs ਦੇ ਖਿਲਾਫ ਡਿਪਾਰਟਮੈਂਟਲ ਇਨਕੁਆਇਰੀ ਇਨੀਸ਼ੀਏਟ ਕੀਤੀ ਗਈ ਜਿੱਥੇ ਨਹੀਂ ਹੋਈ ਸੀ। ਕੁਝ DSPs ਨੂੰ ਔਰ ਉਸ ਤੋਂ ਉੱਪਰ ਦੇ ਅਫਸਰਾਂ ਨੂੰ ਵੀ ਨੋਟਿਸ ਇਸ਼ੂ ਕੀਤੇ ਗਏ ਆ। ਔਰ ਇਹ ਫਿਊਚਰ ਦੇ ਵਿੱਚ ਵੀ DGP ਸਾਹਿਬ ਵੱਲੋਂ ਬੜੇ ਸਖਤ ਦਿਸ਼ਾ ਨਿਰਦੇਸ਼ ਹੈ ਕਿ ਡਿਫਾਲਟ ਬੇਲ ਨਹੀਂ ਹੋਣੀ ਚਾਹੀਦੀ। ਜਿੱਥੇ ਵੀ ਕੋਈ ਵੱਡਾ ਸਮਗਲਰ ਫੜਿਆ ਜਾਂਦਾ ਉਹਦੀ ਤੁਰੰਤ ਚਾਰਜ ਸ਼ੀਟ ਸਟਿਪੂਲੇਟਡ ਟਾਈਮ ਦੇ ਵਿੱਚ ਕੋਰਟ ਦੇ ਵਿੱਚ ਜਾਣੀ ਚਾਹੀਦੀ ਹੈ। ਇਸ ਤੋਂ ਇਲਾਵਾ ਜਿਹੜਾ ਦੂਸਰਾ ਪਾਰਟ ਹੈ, ਇਹਦਾ ਦੂਸਰਾ ਪਹਿਲੂ ਆ, ਉਹ ਹੈਗਾ ਕਿ ਪਬਲਿਕ ਕੰਟੈਕਟ ਪ੍ਰੋਗਰਾਮ ਚਲਾਏ ਜਾਣਗੇ, ਜਿਹਦੇ ਵਿੱਚ ਅਗਲੇ 15 ਤੋਂ 20 ਦਿਨਾਂ ਦੇ ਵਿੱਚ ਸਾਰੇ CP SSPs IG ਰੇਂਜਿਸ ਪਬਲਿਕ ਮੀਟਿੰਗ ਕੰਡਕਟ ਕਰਨਗੇ, ਜਿਹਦੇ 'ਚ ਸਾਰੇ ਪਿੰਡਾਂ ਨੂੰ, ਸਾਰੇ ਮੁਹੱਲਿਆਂ ਨੂੰ ਕਵਰ ਕੀਤਾ ਜਾਊਗਾ। ਔਰ ਇਹ ਪਬਲਿਕ ਮੀਟਿੰਗ ਜਿਹੜੀਆਂ, ਇਹਦਾ ਸਭ ਤੋਂ ਵੱਡੀ ਗੱਲ ਹੈ ਕਿ ਇਹ ਕੋਈ ਮੀਡੀਆ ਵਾਸਤੇ ਜਾਂ ਦਿਖਾਵੇ ਵਾਸਤੇ ਨਹੀਂ ਕੀਤੀ ਜਾਊਗੀ। ਇਹ ਪਬਲਿਕ ਮੀਟਿੰਗ ਅਸਲੀਅਤ ਦੇ ਵਿੱਚ ਗਰਾਊਂਡ ਲੈਵਲ 'ਤੇ ਜਾ ਕੇ ਲੋਕਾਂ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਪ੍ਰੋਪਰ ਫੀਡਬੈਕ ਲੈ ਕੇ ਉਸ ਵਾਸਤੇ ਕੀਤੀ ਜਾਊਗੀ। ਔਰ ਉਸ ਤੋਂ ਬਾਅਦ ਰੈਲੀਜ਼, ਵਰਕਸ਼ਾਪ, ਸੈਮੀਨਾਰਸ ਕੀਤੇ ਜਾਣਗੇ। ਪੁਲਿਸ ਸਟੇਸ਼ਨ ਲੈਵਲ ਤੱਕ, ਚੌਕੀ ਲੈਵਲ ਤੱਕ, ਜੇਲ ਲੈਵਲ ਤੱਕ ਲੈ ਕੇ ਜਾਊਗਾ ਇਹਨਾਂ ਨੂੰ। ਔਰ ਇਹਦੇ ਵਿੱਚ ਸਕੂਲ ਦੇ ਬੱਚੇ, ਕਾਲਜਿਸ ਦੇ ਬੱਚੇ, NGOs, ਫਿਰ ਮੋਬਾਈਲ ਵੈਨਸ ਚਲਾਈਆਂ ਜਾਣਗੀਆਂ ਜਿਹਦੇ ਵਿੱਚ ਆਡੀਓ ਵਿਜ਼ੂਅਲ ਮਟੀਰੀਅਲ ਹੋਏਗਾ ਡਰੱਗਸ ਦੇ ਅਗੇਂਸਟ ਕੈਂਪੇਨ ਵਾਸਤੇ। ਇਸੇ ਤਰ੍ਹਾਂ ਹੀ ਕੁਝ ਜਿਹੜੇ ਆਉਂਦੇ ਦਿਨਾਂ ਦੇ ਵਿੱਚ ਜਿਹੜੇ ਇਨਫਲੂਐਂਸਰਸ ਆ ਜਾਂ ਸੈਲੀਬ੍ਰਿਟੀਜ਼ ਆ ਉਹਨਾਂ ਨੂੰ ਵੀ ਇਨਵੋਲਵ ਕੀਤਾ ਜਾਏਗਾ ਤਾਂ ਜੋ ਯੂਥ ਨੂੰ ਮੋਟੀਵੇਟ ਕੀਤਾ ਜਾ ਸਕੇ। ਜਿਸ ਤਰ੍ਹਾਂ ਤੁਸੀਂ ਪਿੱਛੇ ਦੇਖਿਆ 1-2 ਦਿਨ ਪਹਿਲਾਂ ਇੱਕ ਸੈਲੀਬ੍ਰਿਟੀ, ਉਹਨਾਂ ਨੂੰ ਵੀ ਇਨਵੋਲਵ ਕੀਤਾ ਗਿਆ। DGP ਸਾਹਿਬ ਨੇ ਧੰਨਵਾਦ ਵੀ ਕੀਤਾ ਔਰ ਆਉਂਦੇ ਦਿਨਾਂ ਦੇ ਵਿੱਚ ਹੋਰ ਸੈਲੀਬ੍ਰਿਟੀਜ਼ ਨੂੰ ਵੀ ਇਨਵੋਲਵ ਕੀਤਾ ਜਾਏਗਾ। ਫਿਰ ਜਿਹੜੀਆਂ ਨਸ਼ਾ ਵਿਰੋਧੀ ਕਮੇਟੀਜ਼ ਬਣੀਆਂ ਹੋਈਆਂ ਉਹਨਾਂ ਨਾਲ ਵੀ ਪ੍ਰੋਪਰਲੀ ਤਾਲਮੇਲ ਕੀਤਾ ਜਾਏਗਾ ਔਰ ਉਹਨਾਂ ਨੂੰ ਇਹ ਗੁਜ਼ਾਰਿਸ਼ ਵੀ ਕੀਤੀ ਜਾਏਗੀ ਕਿ ਇਨਫੋਰਮੇਸ਼ਨ ਸ਼ੇਅਰ ਕਰਨ, ਆਪਣੇ ਲੈਵਲ 'ਤੇ ਕਾਰਵਾਈ ਨਾ ਕਰਨ ਪਰ ਪੁਲਿਸ ਤੋਂ ਸਹਿਯੋਗ ਲੈਣ, ਪੁਲਿਸ ਦਾ ਸਹਿਯੋਗ ਕਰਨ ਇਸ ਮੁੱਦੇ ਦੇ ਵਿੱਚ। ਇਸ ਤੋਂ ਇਲਾਵਾ ਜਿਹੜਾ ਤੀਸਰਾ ਪਾਰਟ ਆ ਜਿਹੜਾ ਇਹਦਾ, ਉਹ ਬੜਾ ਇੰਪੋਰਟੈਂਟ ਆ ਕਿ ਡਿਮਾਂਡ ਰਿਡਕਸ਼ਨ ਦੇ ਉੱਤੇ ਫੋਕਸ ਕੀਤਾ ਜਾਊਗਾ। ਉਹਦੇ ਵਿੱਚ ਡਿਮਾਂਡ ਰਿਡਕਸ਼ਨ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਸਭ ਤੋਂ ਪਹਿਲਾਂ ਕੰਜ਼ਿਊਮਰਸ ਨੂੰ ਆਇਡੈਂਟੀਫਾਈ ਕਰਕੇ ਫਿਰ ਜਿਹੜੇ ਡੀ ਐਡਿਕਸ਼ਨ ਸੈਂਟਰ ਆ ਪੁਲਿਸ ਤਾਲਮੇਲ ਕਰੇਗੀ, ਬਾਕੀ ਜਿਹੜੇ ਡਿਪਾਰਟਮੈਂਟਸ ਆ ਉਹਨਾਂ ਦੇ ਨਾਲ ਤਾਲਮੇਲ ਕਰਕੇ ਵਿਜ਼ਿਟ ਕੀਤਾ ਜਾਏਗਾ ਔਰ ਉਹਨਾਂ ਨੂੰ ਹੋਰ ਇਫੈਕਟਿਵ ਬਣਾਇਆ ਜਾਏਗਾ, ਡੀ ਐਡਿਕਸ਼ਨ ਸੈਂਟਰਸ ਨੂੰ, ਓਟ ਸੈਂਟਰਸ ਨੂੰ। ਇਸ ਤੋਂ ਇਲਾਵਾ 4 ਮੇਨ ਡਿਪਾਰਟਮੈਂਟ ਆ। ਇੱਕ ਤਾਂ ਪੰਜਾਬ ਪੁਲਿਸ ਕਰ ਹੀ ਰਹੀ ਹੈ, ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਜਿਹੜਾ ਹੈ ਉਹਦਾ ਯੋਗਦਾਨ ਲਿਆ ਜਾਏਗਾ, ਹੈਲਥ ਡਿਪਾਰਟਮੈਂਟ, ਐਜੂਕੇਸ਼ਨ ਡਿਪਾਰਟਮੈਂਟ ਅਤੇ ਸਪੋਰਟਸ ਡਿਪਾਰਟਮੈਂਟ। ਇਹਨਾਂ ਨੂੰ ਪੂਰੀ ਤਰ੍ਹਾਂ ਇਨਵੋਲਵ ਕੀਤਾ ਜਾਏਗਾ। ਸਕਿੱਲ ਡਿਵੈਲਪਮੈਂਟ ਪ੍ਰੋਜੈਕਟਸ ਚਲਾਏ ਜਾਣਗੇ ਜ਼ਿਲ੍ਹਿਆਂ ਦੇ ਵਿੱਚ ਔਰ ਜਿੱਥੇ ਜਿੱਥੇ ਕਿਸੇ ਨੂੰ ਫਾਈਨੈਂਸਿੰਗ ਦੀ ਲੋੜ ਆ ਉਹ ਵੀ ਕੋਆਰਡੀਨੇਸ਼ਨ ਪੁਲਿਸ ਵੀ ਬਾਕੀ ਮਹਿਕਮਿਆਂ ਦੇ ਨਾਲ ਕਰਕੇ ਮਾਈਕਰੋ ਫਾਈਨੈਂਸਿੰਗ ਤੱਕ ਦੀ ਜਿਹੜੀ ਫੈਸਿਲਿਟੀ ਆ ਉਹ ਬੱਚਿਆਂ ਨੂੰ, ਜਿਹੜੇ ਸਾਡੇ ਯੂਥ ਆ ਉਹਨਾਂ ਨੂੰ ਪ੍ਰੋਵਾਈਡ ਕੀਤੀ ਜਾਏਗੀ। ਇਸ ਤੋਂ ਇਲਾਵਾ ਇੱਕ ਨਾਰਕੋਟਿਕ ਕੋਆਰਡੀਨੇਸ਼ਨ ਸੈਂਟਰ ਹੁੰਦਾ ਜਿਹਨੂੰ NCB ਜਿਹੜੀ ਆ ਉਹ ਕੋਆਰਡੀਨੇਟ ਕਰਦੀ ਆ। ਇਹਦੀ ਡਿਸਟ੍ਰਿਕਟ ਲੈਵਲ ਦੇ ਉੱਤੇ ਡਿਪਟੀ ਕਮਿਸ਼ਨਰ ਦੇ ਅੰਡਰ ਔਰ ਸਟੇਟ ਲੈਵਲ ਦੇ ਉੱਤੇ ਵੀ ਇਹਦੀਆਂ ਮੀਟਿੰਗਸ ਹੁੰਦੀਆਂ ਔਰ ਹਰ ਮਹੀਨੇ ਇੱਕ ਮੀਟਿੰਗ ਕੀਤੀ ਜਾਏਗੀ ਡਿਸਟ੍ਰਿਕਟ ਲੈਵਲ ਦੇ ਉੱਤੇ, ਕੋਆਰਡੀਨੇਸ਼ਨ ਮੀਟਿੰਗ, ਜਿਹਦੇ ਵਿੱਚ ਇਨਫੋਰਸਮੈਂਟ ਤੋਂ ਇਲਾਵਾ ਬਾਕੀ ਇਸ਼ੂਜ਼ ਜਿਹੜੇ ਨੇ ਉਹ ਵੀ ਸਾਰੇ ਵਿਚਾਰੇ ਜਾਣਗੇ। ਸੋ ਆਉਂਦੇ ਦਿਨਾਂ ਦੇ ਵਿੱਚ ਇਹ ਜਿਹੜੀ ਮੈਂ ਹੁਣੇ ਐਲੈਬੋਰੇਟ ਕੀਤਾ ਵਾ ਇਹਨੂੰ ਇਫੈਕਟਿਵਲੀ ਚਲਾਇਆ ਜਾਊਗਾ ਔਰ ਸਭ ਤੋਂ ਜ਼ਿਆਦਾ ਯੋਗਦਾਨ ਜਿਹੜਾ ਸਾਨੂੰ ਚਾਹੀਦਾ ਹੋਏਗਾ ਇਹਦੇ ਵਿੱਚ
ਉਹ ਤੁਹਾਡਾ ਯੋਗਦਾਨ ਚਾਹੀਦਾ ਹੋਏਗਾ, ਮੀਡੀਆ ਦਾ ਯੋਗਦਾਨ ਚਾਹੀਦਾ ਹੋਏਗਾ, ਕਿਉਂਕਿ ਆਪਣਾ ਏਮ ਸਾਰਿਆਂ ਦਾ ਇਹੀ, ਆਪਾਂ ਕੋਈ ਇਹ ਵਿਖਾਵੇ ਵਾਸਤੇ ਨਹੀਂ ਕਰਨਾ ਸਾਰਿਆਂ ਨੇ, ਇਹਨੂੰ ਵਾਕਈ ਆਪਾਂ ਜੜ ਤੋਂ ਖਤਮ ਕਰਨ ਵਾਸਤੇ ਕਰਨਾ ਹੈ। ਸੋ ਡਰੱਗਸ ਦੇ ਅਗੇਂਸਟ ਜਿੱਦਾਂ ਓਪਰੇਸ਼ਨਲ ਜਿਹੜਾ ਮੈਂ ਪਾਰਟ ਆ ਹੁਣ ਤੱਕ ਦੱਸਦਾ ਆਇਆ ਔਰ ਉਹ ਚੱਲ ਵੀ ਰਿਹਾ ਵਾ, ਇਹ ਆਉਂਦੇ ਦਿਨਾਂ ਦੇ ਵਿੱਚ ਜਿਹੜੀ ਪਬਲਿਕ ਜਿਹੜੀ ਇਨਵੋਲਵਮੈਂਟ ਉਹ ਪਲੱਸ ਜਿਹੜੀ ਉਹਨਾਂ ਦੀ ਇੰਪਲੋਇਮੈਂਟ ਆ ਜਿਹੜੀ ਯੂਥ ਦੀ, ਉਸ 'ਤੇ ਵੀ ਫੋਕਸ ਕੀਤਾ ਜਾਏਗਾ। ਔਰ ਜਿਸ ਤਰ੍ਹਾਂ ਆਪਾਂ ਆਲਰੇਡੀ ਦੇਖਿਆ ਕਿ ਪੰਜਾਬ ਪੁਲਿਸ ਦੇ ਵਿੱਚ ਹਰ ਸਾਲ ਜਿਹੜੀ ਆ 1800 ਕਾਂਸਟੇਬਲ 300 ਸਬ ਇੰਸਪੈਕਟਰ ਦੀ ਭਰਤੀ ਜਿਹੜੀ ਆ ਉਹ ਸ਼ੁਰੂ ਕੀਤੀ ਗਈ ਮਾਨਯੋਗ ਸੀਐਮ ਸਾਹਿਬ ਵੱਲੋਂ, ਉਹ ਵੀ ਇਹਦਾ ਹੀ ਪਾਰਟ ਆ, ਉਹਦਾ ਵੀ ਇਹਦੇ ਵਿੱਚ ਵੀ ਇਹੀ ਏਮ ਆ ਕਿ ਜੇ 1800 ਭਰਤੀ ਹੋਣੀ ਹੈ, ਕਮ ਸੇ ਕਮ 2 3 4 ਲੱਖ ਜਿਹੜੇ ਬੱਚੇ ਅਪਲਾਈ ਕਰਦੇ ਆ ਉਹ ਵੀ ਡਰੱਗਸ ਨੂੰ ਛੱਡ ਕੇ ਆਪਣੀ ਤਿਆਰੀ ਕਰਨ, ਫਿਜ਼ੀਕਲ ਫਿਟਨੈਸ ਵਾਸਤੇ ਤਿਆਰੀ ਕਰਨ। ਸੋ ਇਹ ਸਾਰਾ ਅਸੀਂ ਜਿਹੜਾ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਔਰ ਮਾਨਯੋਗ ਸੀਐਮ ਸਾਹਿਬ ਦੀਆਂ ਇੰਸਟਰਕਸ਼ਨਸ ਦੇ ਉੱਤੇ ਇਹ ਜਿਹੜਾ ਕੈਂਪੇਨ ਆ, ਇਹਨੂੰ ਹੁਣ ਇੱਕ ਨਵੇਂ ਢੰਗ ਦੇ ਨਾਲ, ਹੋਰ ਨਵੇਂ ਤਰੀਕੇ ਦੇ ਨਾਲ ਰੈਬੋਰੇਟ ਕਰਕੇ ਅਗਲੇ ਕੁਝ ਦਿਨਾਂ ਦੇ ਵਿੱਚ ਤੁਹਾਨੂੰ ਰਿਜ਼ਲਟ ਦੇਖਣ ਨੂੰ ਮਿਲਣਗੇ। ਸਰ 92 ਜਿਹੜੇ ਵੱਡੇ ਨਸ਼ਾ ਤਸਕਰ ਦੀ ਲਿਸਟ ਤੁਸੀਂ ਤਿਆਰ ਕੀਤੀ ਹੈ, ਉਹਨਾਂ ਦੀ ਪ੍ਰੋਪਰਟੀ ਅਟੈਚ ਹੁਣ ਤੱਕ ਦੀ ਅਪਡੇਟ ਕੀ ਹੈ, ਪਿਛਲੀ ਦਿਨਾਂ ਜਿਹੜੀ ਮੀਟਿੰਗ ਹੋਈ ਹੈ? ਦੇਖੋ ਹੁਣ ਤੱਕ ਅਸੀਂ ਜਿੱਦਾਂ ਮੈਂ ਪਿਛਲੀ ਵਾਰੀ ਦੱਸਿਆ ਸੀਗਾ 24 ਕਰੋੜ ਤੋਂ ਉੱਪਰ ਦੀ ਉਦੋਂ ਆਪਾਂ ਕਰ ਚੁੱਕੇ ਸੀਗੇ, ਤੋਂ ਕਰੀਬ ਉਸ ਤੋਂ ਬਾਅਦ ਵੀ 15 ਕੇਸਿਸ ਹੋਰ ਆ, ਐਗਜ਼ੈਕਟ ਨੰਬਰ ਨਹੀਂ ਹੁਣ ਮੈਨੂੰ ਯਾਦ, ਬਟ 15 ਕੇਸਿਸ ਹੋਰ ਆ, ਜਿਸ 'ਚ 7 ਕੇਸਿਸ ਅੰਮ੍ਰਿਤਸਰ ਰੂਰਲ ਪੁਲਿਸ ਨੇ 2 ਦਿਨ ਪਹਿਲਾਂ ਹੀ ਕੀਤੇ ਆ। ਸੋ ਇਹ ਲਗਾਤਾਰ ਆ, ਜਿੱਥੇ ਦੇਖੋ ਜਿੱਥੇ ਕਮਰਸ਼ੀਅਲ ਕੁਆਂਟੀਟੀ ਕਿਸੇ ਤੋਂ ਫੜੀ ਜਾਂਦੀ ਆ ਜਾਂ ਕੋਈ ਕਨਵਿਕਟਡ ਹੁੰਦਾ, ਹਰ ਕੇਸ ਦੇ ਵਿੱਚ ਹੀ ਇਹ ਦਿਸ਼ਾ ਨਿਰਦੇਸ਼ ਦਿੱਤੇ ਗਏ ਕਿ ਹਰ ਕੇਸ ਦੇ ਵਿੱਚ ਪ੍ਰੋਪਰਟੀ ਫੋਰਫੀਟ ਕੀਤੀ ਜਾਵੇ। ਸੋ ਉਹਦੇ 'ਚ ਵੀ ਰੈਵਨਿਊ ਡਿਪਾਰਟਮੈਂਟ ਦਾ ਵੀ ਯੋਗਦਾਨ ਚਾਹੀਦਾ ਹੁੰਦਾ ਪ੍ਰੋਪਰਟੀ ਆਇਡੈਂਟੀਫਾਈ ਕਰਨ ਵਾਸਤੇ, ਔਰ ਇਸੇ ਤਰ੍ਹਾਂ ਜਾਰੀ ਰਹੇਗਾ। ਬਹੁਤ ਸਾਰੀ ਆਲਰੇਡੀ ਪਾਈਪਲਾਈਨ ਦੇ ਵਿੱਚ ਬਹੁਤ ਸਾਰੇ ਕੇਸਿਸ ਜਿਹੜੇ ਆ ਉਹ ਸਾਡੇ ਕੰਪੀਟੈਂਟ ਅਥਾਰਟੀ ਕੋਲੇ ਗਏ ਹੋਏ ਆ, ਔਰ ਕਰੀਬ 30 ਕਰੋੜ ਦੇ ਆਸ-ਪਾਸ ਦੀ ਆਲਰੇਡੀ ਜਿਹੜੀ ਪ੍ਰੋਪਰਟੀ ਫਰੀਜ਼ ਕੀਤੀ ਜਾ ਚੁੱਕੀ ਹੈ ਇਲਾਕਾ ਜ਼ਿਲ੍ਹਿਆਂ ਵੱਲੋਂ। ਦੇਖੋ ਜਿਹੜਾ ਮੈਂ ਜਿੱਦਾਂ ਦੱਸਿਆ ਨਾ ਕਿ ਪੁਲਿਸ ਸਟੇਸ਼ਨ ਲੈਵਲ ਤੇ ਔਰ ਪੁਲਿਸ ਪੋਸਟ ਲੈਵਲ ਤੇ ਲੈ ਕੇ ਜਾਵਾਂਗੇ, ਔਰ ਡਰੱਗ ਹੌਟ ਸਪੌਟਸ ਜਿਹੜੇ ਆ ਉਹਦੇ 'ਚ ਇਹ ਵੀ ਇੱਕ ਫੋਕਸ ਏਰੀਆ ਵਾ। ਈਵਨ ਇੱਥੇ ਤੱਕ ਵੀ ਅਸੀਂ ਸੋਚ ਰਹੇ ਹਾਂ ਕਿ ਕੈਮਿਸਟ ਜਿਹੜੇ ਨੇ ਉਹਨਾਂ ਨੂੰ ਵੀ ਆਪਣੇ ਨਾਲ ਇਸ ਮੁਹਿੰਮ 'ਚ ਸ਼ਾਮਲ ਕਰਕੇ, ਜਿਹੜੇ ਉਹਨਾਂ ਦੇ ਵਿੱਚ ਕਈ ਜਿਹੜੇ ਗਲਤ ਕੰਮਾਂ ਦੇ ਵਿੱਚ ਇਨਵੋਲਵ ਆ, ਉਹਨਾਂ ਦੇ ਖਿਲਾਫ ਸਪੈਸ਼ਲ ਕੈਂਪੇਨ ਚਲਾਈ ਜਾਵੇ, ਉਹ ਵੀ ਆਉਂਦੇ ਦਿਨਾਂ ਦੇ ਵਿੱਚ ਦੇਖਣ ਨੂੰ ਮਿਲੇਗੀ। ਈਵਨ CCTV ਕੈਮਰਾਜ਼ ਲਗਾਉਣ ਬਾਰੇ ਵੀ ਵਿਚਾਰ ਕੀਤਾ ਜਾ ਰਿਹਾ ਕਈ ਜਗ੍ਹਾ 'ਤੇ। ਪਿਛਲੇ ਦਿਨਾਂ ਜਿਹੜੀ ਮੀਟਿੰਗ ਹੋਈ ਉਹਦੇ ਵਿੱਚ ਸਟਰਕਚਰ ਨੂੰ ਲੈ ਕੇ ਕਾਫੀ ਹੋਇਆ ਕਿ ਕਾਫੀ ਕਰੋੜ ਰੁਪਏ ਸਰਕਾਰ ਵੱਲੋਂ ਵੀ ਦਿੱਤੇ ਗਏ ਨੇ, ਉਹਦੇ ਵਿੱਚ CCTV ਦੀ ਗੱਲ ਕੀਤੀ ਹੈ, ਬਾਰਡਰਸ ਏਰੀਆ ਦੇ 5-6 ਕਿਲੋਮੀਟਰ ਔਰ ਸਟ੍ਰੈਂਥਨ ਦੀ ਵੀ ਗੱਲ ਕੀਤੀ ਗਈ ਹੈ। ਧੀਰੇ-ਧੀਰੇ ਜਿਹੜੇ ਬਾਰਡਰਸ ਏਰੀਆ ਦੇ ਵਿਲੇਜਰਸ ਹੈ ਉਹਨਾਂ ਦੀ ਵੀ ਇੱਕ ਕਮੇਟੀ ਬਣਾਉਣ ਦੀ ਗੱਲ ਕੀਤੀ ਗਈ ਹੈ, ਜਿਹੜੀ ਪੁਲਿਸ ਦੇ ਨਾਲ WhatsApp ਗਰੁੱਪ ਜਾਂ ਆਪਸ ਵਿੱਚ ਤਾਲਮੇਲ ਕੀਤਾ ਜਾਵੇ। ਦੇਖੋ ਜਿਹੜਾ ਤਾਂ ਬਾਰਡਰ ਏਰੀਆ ਦਾ ਉਹ ਇੱਕ ਅਲੱਗ ਪ੍ਰੋਜੈਕਟ ਆ, ਉਹਦੇ ਵਿੱਚ CCTVs ਹੈਗੇ ਬਾਰਡਰ ਏਰੀਆ ਦੇ ਵਿੱਚ, ਐਂਡ ਉਹਦਾ ਮੇਨ ਫੋਕਸ ਜਿਹੜਾ ਉਹ ਸਿਕਿਉਰਿਟੀ ਹੈ, ਇੰਟਰਨਲ ਸਿਕਿਉਰਿਟੀ ਫੋਕਸ ਆ। ਔਰ ਉਹਦੇ ਵਿੱਚ ਜਿਹੜੀਆਂ ਕਮੇਟੀਜ਼ ਬਣਾਈਆਂ ਗਈਆਂ ਸੀ ਉਹ ਵਿਲੇਜ ਡਿਫੈਂਸ ਕਮੇਟੀਜ਼ ਬਣਾਈਆਂ ਗਈਆਂ, ਜਿਹੜੀਆਂ ਕਿ ਬਾਰਡਰ ਏਰੀਆਜ਼ ਦੇ ਵਿੱਚ, ਜਦੋਂ ਆਪਾਂ ਫਾਜ਼ਿਲਕਾ ਤੋਂ ਸ਼ੁਰੂ ਕਰਕੇ ਫਿਰੋਜ਼ਪੁਰ, ਅੰਮ੍ਰਿਤਸਰ ਰੂਰਲ, ਤਰਨਤਾਰਨ, ਬਟਾਲਾ, ਗੁਰਦਾਸਪੁਰ, ਪਠਾਨਕੋਟ, ਇਹਨਾਂ ਜ਼ਿਲ੍ਹਿਆਂ ਦੇ ਵਿੱਚ ਬਣਾਈ ਗਈ। ਸੋ ਮੇਨ ਫੋਕਸ ਉਹਦਾ ਜਿਹੜਾ ਉਹ ਇੱਕ ਤਾਂ ਕ੍ਰਾਸ ਬਾਰਡਰ ਸਮਗਲਿੰਗ ਨੂੰ ਰੋਕਣ ਵਾਸਤੇ, ਔਰ ਇੱਕ ਇੰਟਰਨਲ ਸਿਕਿਉਰਿਟੀ ਜਿਹੜੀ ਹੈ ਸਾਡੀ ਸਿਕਿਉਰਿਟੀ ਉਹਨੂੰ ਮਜ਼ਬੂਤ ਕਰਨ ਵਾਸਤੇ ਹੈ। ਸੋ ਉਹ ਚੱਲ ਹੀ ਰਿਹਾ ਵਾ। ਇਹ ਜਿਹੜਾ ਅਸੀਂ ਹੁਣ ਜਿਹੜਾ ਇਹ ਕੈਂਪੇਨ ਚਲਾਇਆ, ਇਹਦਾ ਫੋਕਸ ਸਿਰਫ ਤੇ ਸਿਰਫ ਡਰੱਗਸ ਦੇ ਉੱਤੇ ਹੋਏਗਾ ਫੋਕਸ। ਨਹੀਂ ਦੇਖੋ ਉਹ ਜੀ ਦੇਖੋ ਉਹ ਪਾਈਪਲਾਈਨ 'ਚ ਆ ਜੇ ਉਹ, ਕਿਉਂਕਿ ਹੁਣ ਅਸੀਂ ਜਿਹੜਾ ਇਹ ਲਾਸਟ ਮੰਡੇ ਨੂੰ ਮੀਟਿੰਗ ਕੀਤੀ ਸੀਗੀ ਅਤੇ ਲਿਸਟ ਦੁਬਾਰਾ ਬਣਾ ਰਹੇ ਹਾਂ ਸਾਰਿਆਂ ਦੀਆਂ ਜਿਨ੍ਹਾਂ ਨੂੰ ਡੀਡਿਕਟ ਕਰਾਉਣਾ ਹੈ। ਬਟ ਇਹ ਨੰਬਰ ਜਿਹੜੇ ਆ ਨਾ ਜੀ ਥੋੜ੍ਹਾ ਸੈਂਸਿਟਿਵ ਇਸ਼ੂ ਹੈ, ਆਪਾਂ ਨਾ ਡਿਸਟ੍ਰਿਕਟ ਵਾਈਜ਼ ਨਾ ਯੂਨਿਟ ਵਾਈਜ਼ ਇਹਨੂੰ ਸ਼ੇਅਰ ਨਹੀਂ ਕੀਤਾ ਜਾ ਸਕਦਾ। ਜਿਹੜਾ ਡੀਕ੍ਰਿਮੀਨਲਾਈਜੇਸ਼ਨ ਦੀ ਗੱਲ ਕਰਦੇ ਆ ਉਹਦੇ 'ਤੇ ਵੀ ਵਿਚਾਰ ਕੀਤਾ ਜਾ ਰਿਹਾ, ਪਲੱਸ ਅਦਰਵਾਈਜ਼ ਆਲਰੇਡੀ NDPS ਐਕਟ ਦੇ ਵਿੱਚ 64A NDPS ਐਕਟ ਸੈਕਸ਼ਨ ਹੈਗਾ ਹੈ, ਜਿਹਦੇ ਵਿੱਚ ਜੇ ਕੋਈ ਬੱਚਾ ਜਿਹੜਾ ਹੈ ਜਾਂ ਜੇ ਕੋਈ ਕੰਜ਼ਿਊਮਰ ਆ ਉਹ ਕਨਵਿਟ ਕਰਦਾ ਹੈ ਤਾਂ ਉਹ ਪਨਿਸ਼ਮੈਂਟ ਤੋਂ ਮਾਫੀ ਦਾ ਪ੍ਰੋਵੀਜ਼ਨ ਹੈਗਾ ਉਹਦੇ ਵਿੱਚ, ਪਰ ਫਰਦਰ ਹੋਰ ਵੀ ਇਹਨੂੰ ਐਗਜ਼ਾਮਿਨ ਕੀਤਾ ਜਾ ਰਿਹਾ ਇਸ ਚੀਜ਼ ਨੂੰ। 64A ਤਾਂ ਆਲਰੇਡੀ ਅਡੋਪਟਡ ਹੈ ਜੀ, ਕੋਈ ਵੀ ਆਪਟ ਕਰ ਸਕਦਾ ਉਹਦੇ ਵਿੱਚ। ਜਦੋਂ ਕਿਸੇ ਤੋਂ ਸਮਾਲ ਕੁਆਂਟੀਟੀ 'ਚ ਕੋਈ ਵੀ ਡਰੱਗ ਫੜਿਆ ਜਾਂਦਾ ਹੈ, ਉਹਦੇ ਕੋਲੇ ਇੱਕ ਆਪਸ਼ਨ ਹੁੰਦੀ ਆ, ਜੇ ਉਹ ਉਸ ਚੀਜ਼ ਨੂੰ ਮੰਨ ਕੇ ਔਰ ਚਾਹਵੇ ਕਿ ਮੈਨੂੰ ਅੱਗੇ ਤੋਂ ਨਹੀਂ ਕਰਾਂਗਾ, ਮਾਫੀ ਦਿੱਤੀ ਜਾਵੇ। 64A NDPS ਐਕਟ ਦੇ ਵਿੱਚ ਪ੍ਰੋਵੀਜ਼ਨ ਹੈ ਬਕਾਇਦਾ। ਉਹ ਘੱਟ ਅਜੇ ਕਰਦੇ ਆ ਆਪਟ, ਬਟ ਅਸੀਂ ਹੋਰ ਲੋਕਾਂ ਨੂੰ ਮੋਟੀਵੇਟ ਕਰਾਂਗੇ ਕਿ ਉਹਨੂੰ ਆਪਟ ਕੀਤਾ ਜਾਵੇ ਉਸ ਚੀਜ਼ ਨੂੰ।
ਉਹਦੇ ਵਿੱਚ ਇਹ ਆ, ਦੇਖੋ ਜੀ, ਜਦੋਂ ਕਿਸੇ ਦੀ ਡੈਥ ਹੁੰਦੀ ਹੈ ਜਾਂ ਹੋਈ ਬੱਚੇ ਦੀ, ਤਾਂ ਉਹ ਸਪਲਾਇਰ ਦਾ ਵੀ ਉੱਚ ਅਸੀਂ ਕਸੂਰ ਮੰਨਦੇ ਹਾਂ। ਜਦੋਂ ਅਸੀਂ ਬੈਕਵਰਡ ਲਿੰਕੇਜ ਵੱਲ ਨੂੰ ਤੁਰਦੇ ਹਾਂ, ਕਿੱਥੋਂ ਲੈ ਕੇ ਆਇਆ ਸੀਗਾ, ਕਿਹੜੇ ਲੋਕ ਇਸ ਚੀਜ਼ ਵਾਸਤੇ ਜ਼ਿੰਮੇਵਾਰ ਆ, ਉਹਨਾਂ ਦੇ ਖਿਲਾਫ 304 ਇਨਵੋਕ ਹੋ ਸਕਦੀ ਹੈ। ਕਿਉਂਕਿ 304 ਦਾ ਮੇਨ ਸੈਕਸ਼ਨ ਇਹ ਹੈ ਕਿ ਨੌਲੇਜ ਆ ਕਿ ਜਿਹੜਾ ਮੇਰਾ ਐਕਟ ਆ, ਇਟ ਕੈਨ ਲੀਡ ਟੂ ਡੈਥ। ਸੋ ਉਸ ਚੀਜ਼ ਦੇ ਵਿੱਚ ਆਪਾਂ ਇੰਪੋਜ਼ ਕਰ ਸਕਦੇ ਹਾਂ। ਕੀਤੇ ਆ ਜੀ, ਅਸੀਂ ਕਈ ਕੇਸਿਸ ਦੇ ਵਿੱਚ ਕੀਤੇ ਆ। ਐਗਜ਼ੈਕਟ ਨੰਬਰ ਮੈਨੂੰ ਨਹੀਂ ਪਤਾ, ਬਟ ਕਈ ਕੇਸਿਸ ਦੇ ਵਿੱਚ ਹੋਏ ਆ ਇਨਵੋਕ। और जो कंटोनमेंट एरिया है वहाँ के डॉक्यूमेंट भी उसने प्रोवाइड करवाए थे, वहाँ पर ऐसा कुछ खुलासा हुआ? वो अभी उसकी इन्वेस्टिगेशन चल रही है, बट एक फ्रेश केस पटियाला पुलिस ने उसके अगेंस्ट ऑफिशियल सीक्रेट एक्ट का भी रजिस्टर किया है। बाकी फर्दर और उसके फ़ोन जो है उसको फोरेंसिक एग्जामिनेशन वगैरह के लिए वो भेजा जा रहा है फ़ोन, तो फर्दर इन्वेस्टिगेशन में पता चलेगा। नहीं, वो इदा का कोई साड़ी नॉलेज है नहीं है। नहीं, ऐसा कुछ नहीं है। नहीं, ऐसा कुछ है नहीं। नहीं, ऐसा कुछ नहीं है। ਦੇਖੋ ਇਹਦੇ ਵਿੱਚ ਨਾ ਬਹੁਤ ਸਾਰਾ ਸੁਸਾਇਟੀ ਦਾ ਵੀ ਰੋਲ ਆ, ਉਹਨਾਂ ਨੂੰ ਵੀ ਉਹਨਾਂ ਦੀ ਵੀ ਕੋਆਪਰੇਸ਼ਨ ਚਾਹੀਦੀ ਹੈ। ਜਿੱਥੇ ਵੀ ਸਸਪੀਸ਼ੀਅਸ ਡੈਥ ਹੁੰਦੀ ਹੈ, ਜੇ ਪ੍ਰੋਪਰ ਪੋਸਟਮਾਰਟਮ ਹੋ ਕੇ ਕੈਮੀਕਲ ਐਗਜ਼ਾਮੀਨਰ ਕੋ ਭੇਜ ਕੇ ਜੇ ਉਹਦੀ ਫੋਰੈਂਸਿਕ ਔਰ ਕੈਮੀਕਲ ਐਗਜ਼ਾਮੀਨੇਸ਼ਨ ਹੋ ਜਾਵੇ ਪ੍ਰੋਪਰਲੀ, ਤਾਂ ਆਪਾਂ ਸਟੈਬਲਿਸ਼ ਕਰ ਸਕਦੇ ਹਾਂ। ਸੈਕੰਡ ਹੁੰਦਾ ਹੈ ਕਿ ਇਨਵੈਸਟੀਗੇਸ਼ਨ ਬੇਸਡ, ਕਿ ਜੇ ਬੱਚੇ ਦੀ ਕਿਸੇ ਦੀ ਡੈਥ ਹੋਈ ਹੈ ਤਾਂ ਉਹਦੀ ਇਨਵੈਸਟੀਗੇਸ਼ਨ ਪ੍ਰੋਪਰ ਹੋ ਜੇ ਕਿ ਇਮੀਡੀਏਟ ਕਾਜ਼ ਕੀ ਸੀਗਾ ਉਹਦਾ। ਸੋ ਹਰ ਡੈਥ ਕੇਸ ਹੈ, ਜਿੱਦਾਂ ਮੈਂ ਦੱਸਿਆ, ਹਰ ਡੈਥ ਕੇਸ ਜਿਹੜਾ ਸਸਪੈਕਟਡ ਓਵਰਡੋਜ਼ ਦਾ ਡੈਥ ਕੇਸ ਹੁੰਦਾ ਹੈ, ਉਹਦੀ ਪ੍ਰੋਪਰ ਫੋਰੈਂਸਿਕ ਕੈਮੀਕਲ ਐਗਜ਼ਾਮੀਨੇਸ਼ਨ ਕਰਾ ਕੇ, ਪੋਸਟਮਾਰਟਮ ਪ੍ਰੋਪਰਲੀ ਕਰਵਾ ਕੇ, ਹਰ ਤੱਥ ਨੂੰ ਐਗਜ਼ਾਮਿਨ ਕਰਕੇ ਉਹਦੀ ਤਹਿ ਤੱਕ ਪਹੁੰਚਿਆ ਜਾਏਗਾ ਕਿ ਕੀ ਕਾਰਨ ਸੀ। ਨਹੀਂ, ਕਾਫੀ ਕੇਸਿਸ 'ਚ ਹੁੰਦਾ ਹੈ, ਤਦੇ ਹੀ ਜਿਹੜਾ ਨੰਬਰ ਆ ਉਹ ਡਿਕਰੀਜ਼ ਹੋਏ ਆ, ਔਰ ਓਵਰ ਏ ਪੀਰੀਅਡ ਆਫ ਟਾਈਮ ਡਿਕਰੀਜ਼ ਹੋ ਵੀ ਰਹੇ ਆ, ਔਰ ਹੋਰ ਇਸ 'ਤੇ ਕੰਮ ਹੋ ਰਿਹਾ ਅੱਗੇ। ਇਹ ਸਭ 2 ਦਿਨ ਪਹਿਲਾਂ ਜਿਹੜੇ 15 ਕਿਲੋ ਹੈਰੋਇਨ ਰਿਕਵਰ ਕੀਤੀ ਹੈ, ਉਹੀ ਦੁਬਾਰਾ ਘੁੰਮ ਫਿਰ ਕੇ ਉਹੀ ਗੱਲ ਹੈ ਕਿ ਜੇਲ੍ਹ 'ਚ ਬੈ ਕੇ ਸਾਰਾ ਮਾਸਟਰਮਾਈਂਡ, ਕਿਉਂਕਿ ਜੇਲ੍ਹ 'ਚ ਬੈ ਕੇ ਪੂਰਾ ਮਾਸਟਰਮਾਈਂਡ ਕਰ ਰਿਹਾ ਸੀਗਾ, ਆਪਸ 'ਚ ਛੜਾ ਪੂਰਾ, ਇਹ ਕਿਸ ਤਰ੍ਹਾਂ ਗਰਾਊਂਡ ਜ਼ੀਰੋ ਤੇ ਅਸੀਂ ਕਾਫੀ ਕੁਝ ਕਹਿੰਦੇ ਹਾਂ। ਦੇਖੋ ਇਹਦਾ ਜਿਹੜਾ ਰਾਠੀ ਜੀ ਪ੍ਰੋਐਕਟਿਵ ਪੁਲਿਸਿੰਗ ਦੇ ਨਾਲ ਹੀ ਹੁੰਦਾ ਹੈ। ਹੁਣ ਜਿੱਦਾਂ ਇਸ ਕੇਸ ਦੇ ਵਿੱਚ ਆਪਾਂ ਕਾਫੀ ਅਕਿਊਜ਼ਡ ਫੜੇ ਆ, ਜਿਹੜਾ ਉਹ ਬੰਦਾ ਜਿਹੜਾ ਜੇਲ੍ਹ ਦੇ ਵਿੱਚ ਆ, ਫਰੀਦਕੋਟ ਜੇਲ੍ਹ 'ਚ, ਉਹਨੂੰ ਪ੍ਰੋਡਕਸ਼ਨ ਵਾਰੰਟ 'ਤੇ ਵੀ ਲਿਆਂਦਾ ਜਾਏਗਾ। ਸੋ ਇਹਦੇ ਲਈ ਦੋਨੇ 2 ਪ੍ਰੋਂਗਡ ਹੀ ਹੈ ਕਿ ਇੱਕ ਤਾਂ ਜਿਹੜਾ ਬਾਰਡਰ 'ਤੇ ਸਰਵੇਲੈਂਸ ਪ੍ਰੋਪਰਲੀ ਹੋਵੇ, ਕਿ ਡਰੋਨ 'ਤੇ ਜਿੱਦਾਂ ਅਸੀਂ ਹੁਣ ਕੀਤਾ ਹੈ, ਈਵਨ ਡਰੋਨ ਦੇ ਵਾਸਤੇ ਇੱਕ DGP ਸਾਹਿਬ ਨੇ ਇੱਕ ਕਮੇਟੀ ਵੀ ਬਣਾਈ ਹੈ ਜਿਹੜੀ ਸਾਰੇ ਤੱਥ, ਸਾਰੇ ਪਹਿਲੂ ਐਗਜ਼ਾਮਿਨ ਕਰ ਰਹੀ ਹੈ ਵੀ ਉਹਨੂੰ ਕਿਵੇਂ ਹੋਰ ਇਫੈਕਟਿਵ ਕੀਤਾ ਜਾਵੇ। ਸੈਕੰਡ ਆ, ਜੇਲ੍ਸ ਦੇ ਵਿੱਚ ਵੀ ਹੋਰ ਸਖਤੀ ਕੀਤੀ ਜਾਊਗੀ, ਪ੍ਰਿਜ਼ਨ ਡਿਪਾਰਟਮੈਂਟ ਨਾਲ ਤਾਲਮੇਲ ਕਰਕੇ ਇਸ ਇਸ਼ੂ ਤੋਂ ਹੀ ਕਈ ਲਰਨਿੰਗ ਲੈਸਨਸ ਮਿਲਣਗੇ ਕਿ ਕਿਵੇਂ ਹੋਇਆ, ਕਿੱਦਾਂ ਉਹਦੇ ਤੱਕ ਪਹੁੰਚਿਆ, ਕਿੱਦਾਂ ਫੋਨ ਪਹੁੰਚਿਆ। ਸੋ ਇਹਨੂੰ ਵੀ ਇੱਕ ਕੇਸ ਸਟੱਡੀ ਤੌਰ ਤੇ ਬਣਾ ਕੇ ਹੋਰ ਸਖਤੀ ਕੀਤੀ ਜਾਊਗੀ। ਉਹਦਾ ਵੀ ਦੇਖੋ, ਹੁਣ ਤੱਕ ਜੇ ਕਿਸੇ ਦੀ ਕੋਈ ਵੀ ਸ਼ਮੂਲੀਅਤ ਕਿਸੇ ਵੀ ਤਰੀਕੇ ਦੀ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਆਈ ਆ, ਉਹਦੀ ਇੱਕੋ ਹੀ ਸਜ਼ਾ ਡਿਸਮਿਸਲ ਹੀ ਹੈ ਸਰਵਿਸ ਤੋਂ। ਤੁਸੀਂ ਦੇਖਿਆ ਬੜੀ ਸਖਤ ਕਾਰਵਾਈ ਕੀਤੀ ਗਈ ਹੈ। ਔਰ ਸੈਕੰਡ ਜਿਹੜੀ ਮੈਂ ਗੱਲ ਕਰ ਰਿਹਾ, ਜਿਹੜੀ ਇਹ ਮਲਟੀ ਪ੍ਰੋਂਗਡ ਸਟ੍ਰੈਟਜੀ ਅਸੀਂ ਬਣਾਈ ਆ, ਉਹਦੇ 'ਚ ਸਾਰੇ ਪਹਿਲੂ ਜਿਹੜੇ ਆ ਤੱਥੇ ਨਜ਼ਰ ਰੱਖੇ ਜਾਣਗੇ। नहीं, अभी जी अभी देखो, अमरीक सिंह वाला जो केस है उसमें अभी FIR अभी आज ही रजिस्टर की है पटियाला पुलिस ने रिगार्डिंग दी फ़ोन में जो इनक्रिमिनेटिंग कुछ मटेरियल मिला है। तो वो इन्वेस्टिगेशन में ही पता चलेगा फर्दर आगे कि उसका किसी के साथ लिंक है या नहीं है, या क्या और फैक्ट्स हैं उसके। सेकंड, जेल वाला जो इशू है उसमें पहले से काफ़ी कमी आई है इस चीज़ में, लेकिन अभी जो रिसेंटली जो केस हुआ है, जो अभी हमारे स्पेशल सेल ने जो लोग अरेस्ट किए हैं जिसका फरीदकोट जेल से लिंक जुड़ा है, तो उसको भी एक केस स्टडी मान के हम काम करेंगे कि फर्दर उसमें क्या लूप होल्स क्या थे और उसको प्लग करने के लिए, उसको और इफेक्टिव करने के लिए क्या कर सकते हैं हम अपनी तरफ से।
गया जी था। जी 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 स्पेसिफिकली कोई अलर्ट या पंजाब पुलिस नहीं, अभी हमारी नॉलेज में या कहीं पे ऑफिशियली ऐसी चीज़ नहीं आई है। अगर आएगी तो हमारा साइबर सेल पूरी तरह से कॉम्पिटेंट है इस चीज़ को डील करने के लिए। नहीं, अभी पता ही नहीं जी, नहीं ऐसा कुछ पता नहीं है ना जी अभी। अगर ऑफिशियली जहाँ जहाँ साइबर सेल को वी कैन से कि इसको एग्जामिन कर लें कि क्या ऐसा कोई ऐसे फैक्ट्स आए हैं सामने। सर जलंधर वाले इशू जे ਹੁਣ तक की किता है एसएचओ नवदीप सिंह और भी दो ਜਿਹੜੇ ਪੁਲਿਸ ਮੁਲਾਜ਼ਮ ਹੈ ਉਹਨਾਂ ਦੇ ਮਾਮਲਾ ਦਾ ਦਰਜ ਹੋ ਗਿਆ ਲੇਕਿਨ ਪਰਿਵਾਰ ਕਹਿ ਰਿਹਾ ਸੀ ਕ੍ਰਿਮੀਨੇਸ਼ਨ ਨਹੀਂ ਕਰਨਾ ਜਦ ਤੱਕ ਉਹਨਾਂ ਦੀ ਗ੍ਰਿਫਤਾਰੀ ਨਹੀਂ ਹੁੰਦੀ ਦੇਖੋ ਉਹਦੇ ਜੀ ਜੀ ਉਹਦੇ ਵਿੱਚ ਜਿਹੜੀ ਐਫ ਆਈ ਆਰ